ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਸਾਡੇ YouTube ਚੈਨਲ ਆਪਣਾ ਸਕੂਲ ਤੇ, ਜਿੱਥੇ ਅਸੀਂ ਸ਼ੁਰੂ ਕੀਤਾ ਹੋਇਆ ਹੈ 5994 ਪੋਸਟਾਂ ਦੇ ਸਬੰਧ ਦੇ ਵਿੱਚ, ਜੋ ਕਿ ETT ਦੀ ਪੋਸਟਾਂ ਨੇ। ਉਸ ਦੇ ਵਿੱਚ ਇੰਡੀਅਨ ਜਿਓਗ੍ਰਾਫੀ ਦਾ ਪਾਰਟ, ਉਸ ਦੇ MCQs ਦੀ ਇੱਕ ਸੀਰੀਜ਼ ਜਿਹੜੀ ਹੈ ਬੈਸਟ ਆਫ 200 ਸੀਰੀਜ਼ ਸ਼ੁਰੂ ਕੀਤੀ ਹੈ, ਜਿਸ ਵਿੱਚ ਸੈੱਟ ਨੰਬਰ 5 ਤੁਹਾਡੇ ਸਾਹਮਣੇ ਹਾਜ਼ਰ ਹੈ ਜੀ। ਤੇ ਅੱਜ ਦਾ ਪਹਿਲਾ ਪ੍ਰਸ਼ਨ ਹੈ ਜੀ, ਭਾਰਤ ਦੀ ਸਭ ਤੋਂ ਲੰਬੀ ਨਦੀ ਕਿਹੜੀ ਹੈ ਜੀ। ਠੀਕ ਹੈ ਜੀ, ਹੁਣ ਆਪਾਂ ਨਕਸ਼ੇ ਦੇ ਵਿੱਚ ਜਾਂ ਵੈਸੇ ਵੇਖਦੇ ਹਾਂ ਪਹਿਲਾਂ ਤਾਂ ਵੀ ਭਾਰਤ ਦੀ ਸਭ ਤੋਂ ਲੰਬੀ ਨਦੀ ਕਿਹੜੀ ਹੈ। ਇਹ ਨਦੀ ਆਪਾਂ ਵੇਖਦੇ ਹਾਂ ਲੰਬਾਈ ਕਿੰਨੀ ਪੈਂਦੀ ਹੈ। ਜਿਹੜੀ ਗੰਗਾ ਹੈ ਉਹ ਆਪਣੇ ਕੋਲ 2525 ਕਿਲੋਮੀਟਰ ਜਿਹੜੀ ਹੈ, ਇਸ ਦੀ ਜਿਹੜੀ ਹੈ ਲੰਬਾਈ ਟੋਟਲ ਭਾਰਤ ਦੇ ਵਿੱਚ ਬਣਦੀ ਹੈ। ਫਿਰ ਆ ਗਿਆ ਬ੍ਰਹਮਪੁੱਤਰ ਨਦੀ। ਬ੍ਰਹਮਪੁੱਤਰ ਨਦੀ ਜਿਹੜੀ ਹੈ, ਜੇ ਆਪਾਂ ਇਸ ਦੀ ਟੋਟਲ ਲੰਬਾਈ ਵੇਖੀਏ ਤਾਂ ਉਹ 2900 ਕਿਲੋਮੀਟਰ ਆਪਣੇ ਕੋਲ ਆ ਜਾਂਦੀ ਹੈ ਜੀ। ਤੇ ਜਦੋਂ ਆਪਾਂ ਵੇਖਦੇ ਹਾਂ ਆਪਣੇ ਕੋਲ ਜਮਨਾ ਰਿਵਰ, ਤਾਂ ਜਮਨਾ ਰਿਵਰ ਜਿਹੜੀ ਹੈ ਉਹ ਆਪਣੇ ਕੋਲ 1376 ਕਿਲੋਮੀਟਰ ਬਣ ਜਾਂਦੀ ਹੈ ਆਪਣੇ ਕੋਲ। ਤੇ ਜੇ ਆਪਾਂ ਗੱਲ ਕਰਦੇ ਹਾਂ ਗੋਦਾਵਰੀ ਦੀ, ਤਾਂ ਗੋਦਾਵਰੀ ਆਪਣੇ ਕੋਲ 1465 ਕਿਲੋਮੀਟਰ ਜਿਹੜੀ ਹੈ ਉਹ ਬਣ ਜਾਂਦੀ ਹੈ। ਠੀਕ ਹੈ ਜੀ, ਵੇਖਿਆ ਜਾਵੇ ਤਾਂ ਆਪਾਂ ਨੂੰ ਇਸ ਥਾਂ ਤੇ ਵੇਖਣ ਤੋਂ ਐਂ ਲੱਗਦਾ ਹੈ ਜਿਸ ਤਰ੍ਹਾਂ ਵੀ ਬ੍ਰਹਮਪੁੱਤਰ ਜਿਹੜੀ ਹੈ ਸਭ ਤੋਂ ਲੰਬੀ ਜਿਹੜੀ ਹੈ ਨਦੀ ਹੈ। ਪਰ ਇੱਕ ਗੱਲ ਦਾ ਖਿਆਲ ਰੱਖਣਾ ਆਪਾਂ ਵੀ ਬ੍ਰਹਮਪੁੱਤਰ ਨਦੀ ਹੈ ਜਿਹੜੀ, ਉਹ ਸਾਰੀ ਦੀ ਸਾਰੀ ਭਾਰਤ ਦੇ ਵਿੱਚ ਨਹੀਂ ਵਗਦੀ। ਉਹ ਸਿਰਫ ਭਾਰਤ ਦੇ ਵਿੱਚ ਅਰੁਣਾਚਲ ਪ੍ਰਦੇਸ਼ ਦੇ ਵਿੱਚ ਇਸ ਥਾਂ ਤੋਂ ਲੈ ਕੇ ਇਸ ਥਾਂ ਤੱਕ ਬੰਗਲਾਦੇਸ਼ ਦੀ ਐਂਟਰੀ ਤੱਕ ਆਪਾਂ ਕਹੀਏ ਇਹ ਭਾਰਤ ਦੇ ਵਿੱਚ ਵਗਦੀ ਹੈ। ਬਾਕੀ ਹਿੱਸਾ ਇਹਦਾ ਜਾਂ ਤਾਂ ਇਹ ਤਿੱਬਤ ਦੇ ਵਿੱਚ ਵਗਦਾ ਤੇ ਜਾਂ ਫਿਰ ਇਹ ਬੰਗਲਾਦੇਸ਼ ਵਿੱਚ ਜ਼ਿਆਦਾ ਹਿੱਸਾ ਇਸਦਾ ਆਉਂਦਾ ਹੈ। ਠੀਕ ਹੈ ਜੀ, ਹੁਣ ਆਪਾਂ ਇਸ ਦੇ ਵਿੱਚ ਥੋੜ੍ਹਾ ਜਿਹਾ ਪੜ੍ਹਦੇ ਹਾਂ। ਵੈਸੇ ਇਸ ਤੋਂ ਬਾਅਦ ਆਪਣੇ ਕੋਲ ਕਿਹੜੀ ਨਦੀ ਕਹੀ ਹੈ ਆਪਾਂ, ਸਭ ਤੋਂ ਲੰਬੀ ਨਦੀ ਹੈ ਭਾਰਤ ਵਿੱਚ ਵਗਣ ਵਾਲੀ, ਜਿਸ ਤਰ੍ਹਾਂ ਕਹੀਏ ਭਾਰਤ ਦੀ ਸਭ ਤੋਂ ਲੰਬੀ ਨਦੀ ਜਿਹੜੀ ਹੈ ਉਹ ਗੰਗਾ ਹੈ, ਜਿਹੜੀ ਭਾਰਤ ਵਿੱਚ ਸ਼ੁਰੂ ਹੋ ਕੇ ਭਾਰਤ ਵਿੱਚ ਜਿਹੜੇ ਕਹੀਏ ਆਪਾਂ ਇਸ ਤਰੀਕੇ ਨਾਲ ਲੰਬਾ ਸਫ਼ਰ ਜਿਹੜਾ ਉਹ ਤੈਅ ਕਰਦੀ ਹੈ। ਠੀਕ ਹੈ ਜੀ, ਇਹ ਆ ਗਿਆ ਆਪਣੇ ਕੋਲ ਭਾਰਤ ਵਿੱਚ ਸਭ ਤੋਂ ਲੰਬੀ ਨਦੀ ਜਿਹੜੀ ਹੈ ਉਹ ਗੰਗਾ, ਜਿਸ ਦੀ ਜਿਹੜੀ ਲੰਬਾਈ ਹੈ ਉਹ 2525 ਕਿਲੋਮੀਟਰ ਜਿਹੜੀ ਹੈ ਉਸਦੀ ਲੰਬਾਈ ਜਿਹੜੀ ਹੈ ਆ ਜਾਂਦੀ ਹੈ। ਠੀਕ ਹੈ ਜੀ, ਗੰਗਾ ਜਿਹੜੀ ਹੈ ਸ਼ੁਰੂ ਕਿੱਥੋਂ ਹੁੰਦੀ ਹੈ? ਇਹ ਸ਼ੁਰੂ ਹੁੰਦੀ ਹੈ ਜੀ ਦੇਵ ਪ੍ਰਯਾਗ ਤੋਂ। ਇਹ ਸ਼ੁਰੂ ਹੋ ਕੇ ਬੰਗਾਲ ਦੀ ਖਾੜੀ ਤੱਕ ਜਿਹੜੀ ਹੈ ਉਹ ਜਾਂਦੀ ਹੈ। ਠੀਕ ਹੈ ਜੀ, ਜੇ ਆਪਾਂ ਇਹਦੇ ਵਿੱਚ ਵੇਖੀਏ ਗੰਗਾ ਜਿਹੜੀ ਹੈ ਦੇਵ ਪ੍ਰਯਾਗ ਤੋਂ ਸ਼ੁਰੂ ਹੁੰਦੀ ਹੈ। ਸਭ ਤੋਂ ਪਹਿਲਾਂ ਇਹ ਕਿੱਥੇ ਆਉਂਦੀ ਹੈ, ਕਿਹੜੇ ਸਟੇਟ 'ਚ ਆਉਂਦੀ ਹੈ? ਇਹ ਕਹੀਏ ਆਪਾਂ ਇਹ ਆ ਜਾਂਦੀ ਹੈ ਉੱਤਰਾਖੰਡ 'ਚ। ਉੱਤਰਾਖੰਡ ਤੋਂ ਇਹ ਥੱਲੇ ਆ ਜਾਂਦੀ ਹੈ ਆਪਣੇ ਕੋਲ ਯੂਪੀ ਵਿੱਚ। ਯੂਪੀ ਤੋਂ ਬਾਅਦ ਇਹ ਕਿੱਧਰ ਚਲੀ ਜਾਂਦੀ ਹੈ? ਬਿਹਾਰ ਦੇ ਵਿੱਚ। ਬਿਹਾਰ ਤੋਂ ਬਾਅਦ ਕਿੱਧਰ ਚਲੀ ਜਾਂਦੀ ਹੈ? ਫਿਰ ਇਹ ਬਿਹਾਰ ਤੋਂ ਬਾਅਦ ਚਲੀ ਜਾਂਦੀ ਹੈ ਆਪਣੇ ਕੋਲ ਝਾਰਖੰਡ। ਝਾਰਖੰਡ ਤੋਂ ਬਾਅਦ ਫਿਰ ਇਹ ਪੱਛਮੀ ਬੰਗਾਲ। ਪੱਛਮੀ ਬੰਗਾਲ ਤੋਂ ਬਾਅਦ ਸਿੱਧੀ ਇਹ ਬੰਗਲਾਦੇਸ਼ ਵਿੱਚ ਐਂਟਰ ਕਰ ਜਾਂਦੀ ਹੈ। ਹੁਣ ਆਪਾਂ ਗੱਲ ਕਰਦੇ ਹਾਂ ਇਸ ਦੇ ਵਿੱਚ ਬ੍ਰਹਮਪੁੱਤਰ ਨਦੀ ਦੇ ਬਾਰੇ ਵਿੱਚ। ਠੀਕ ਹੈ, ਹੁਣ ਆਪਾਂ ਬ੍ਰਹਮਪੁੱਤਰ ਨਦੀ ਬਾਰੇ ਵੇਖਦੇ ਹਾਂ। ਬ੍ਰਹਮਪੁੱਤਰ ਨਦੀ ਦਾ ਜਿਹੜਾ ਹੈ ਉਹ ਕੀ ਸੀਨ ਹੈ ਇੱਥੇ। ਠੀਕ ਹੈ ਜੀ, ਸਭ ਤੋਂ ਪਹਿਲਾਂ ਜੇ ਆਪਾਂ ਵੇਖੀਏ ਤਾਂ ਬ੍ਰਹਮਪੁੱਤਰ ਨਦੀ ਜਿਹੜੀ ਹੈ ਉਹ ਸ਼ੁਰੂ ਕਿੱਥੋਂ ਹੁੰਦੀ ਹੈ? ਠੀਕ ਹੈ ਜੀ, ਬ੍ਰਹਮਪੁੱਤਰ ਨਦੀ ਇਸ ਤਰ੍ਹਾਂ ਤੋਂ ਕਹੀਏ ਮੰਨ ਕੇ ਇਹ ਸ਼ੁਰੂ ਹੁੰਦੀ ਹੈ। ਤੇ ਇਹ ਜਿਹੜਾ ਕਿਹੜੇ ਗਲੇਸ਼ੀਅਰ ਤੋਂ ਸ਼ੁਰੂ ਹੁੰਦੀ ਹੈ? ਇਹ ਆ ਜਾਂਦੀ ਹੈ ਚੈਮਯੰਗ-ਦੰਗ ਗਲੇਸ਼ੀਅਰ। ਠੀਕ ਹੈ ਜੀ, ਇਸ ਨੂੰ ਆਪਾਂ ਲਿਖ ਵੀ ਦਿੰਦੇ ਹਾਂ। ਇਹ ਹੈਗਾ ਪੰਜਾਬ ਦਾ ਚੈਮਯੰਗ-ਦੰਗ ਗਲੇਸ਼ੀਅਰ। ਚੈਮਯੰਗ-ਦੰਗ ਗਲੇਸ਼ੀਅਰ ਤੋਂ ਜਿਹੜੀ ਹੈ ਇਹ ਬ੍ਰਹਮਪੁੱਤਰ ਨਦੀ ਜਿਹੜੀ ਹੈ ਇਹ ਸ਼ੁਰੂ ਹੁੰਦੀ ਹੈ। ਠੀਕ ਹੈ ਜੀ, ਤੇ ਇਸ ਦਾ ਨਾਮ ਜਿਹੜਾ ਹੈ ਉਹ ਤਿੱਬਤ ਦੇ ਵਿੱਚ ਇਸ ਨੂੰ ਯਾਰਲੰਗ ਸੈਂਪੋ ਜਿਹੜਾ ਹੈ ਇਸ ਦਾ ਨਾਮ ਜਿਹੜਾ ਉਹ ਲਿਆ ਜਾਂਦਾ ਹੈ। ਮਤਲਬ ਜਦੋਂ ਇਹ ਇਸ ਥਾਂ ਤੇ ਚੱਲਦੀ ਹੈ ਤਾਂ ਇਸ ਨੂੰ ਯਾਰਲੰਗ ਸੈਂਪੋ ਜਿਹੜਾ ਇਸ ਦਾ ਨਾਮ ਜਿਹੜਾ ਉਹ ਲਿਆ ਜਾਂਦਾ ਹੈ। ਠੀਕ ਹੈ ਜੀ, ਫਿਰ ਇਸ ਤੋਂ ਬਾਅਦ ਜਦੋਂ ਇਹ ਭਾਰਤ ਦੇ ਵਿੱਚ ਐਂਟਰੀ ਕਰਦੀ ਹੈ ਅਰੁਣਾਚਲ ਪ੍ਰਦੇਸ਼ ਦੇ ਵਿੱਚ, ਅਰੁਣਾਚਲ ਪ੍ਰਦੇਸ਼ ਦੇ ਵਿੱਚ ਇਸ ਦਾ ਨਾਮ ਕੀ ਹੁੰਦਾ ਹੈ? ਅਰੁਣਾਚਲ ਪ੍ਰਦੇਸ਼ ਵਿੱਚ ਇਸ ਦਾ ਨਾਮ ਦਿਬਾਂਗ ਰਿਵਰ ਜਿਹੜਾ ਉਹ ਕਿਹਾ ਜਾਂਦਾ ਹੈ। ਠੀਕ ਹੈ ਜੀ, ਇਸ ਦਾ ਨਾਮ ਬੋਲਦੇ ਹਾਂ ਆਪਾਂ, ਇਹ ਹੈ ਯਾਰਲੰਗ ਸੈਂਪੋ। ਉਸ ਤੋਂ ਬਾਅਦ ਇਸ ਦਾ ਨਾਮ ਜਦੋਂ ਐਂਟਰੀ ਭਾਰਤ ਵਿੱਚ ਕਰਦੀ ਹੈ ਅਰੁਣਾਚਲ ਪ੍ਰਦੇਸ਼ ਵਿੱਚ, ਤਾਂ ਇਸ ਦਾ ਨਾਮ ਹੋ ਜਾਂਦਾ ਹੈ ਦਿਬਾਂਗ। ਠੀਕ ਹੈ ਜੀ, ਦਿਬਾਂਗ। ਜਦੋਂ ਇਹ ਅਸਾਮ ਦੀ ਘਾਟੀ ਦੇ ਵਿੱਚ, ਅਸਾਮ ਦੇ ਵਿੱਚ ਐਂਟਰ ਕਰਦੀ ਹੈ ਤਾਂ ਇਸ ਦਾ ਨਾਮ ਹੋ ਜਾਂਦਾ ਹੈ ਬ੍ਰਹਮਪੁੱਤਰਾ ਨਦੀ। ਠੀਕ ਹੈ ਜੀ, ਜੇ ਆਪਾਂ ਗੱਲ ਕਰੀਏ ਬ੍ਰਹਮਪੁੱਤਰਾ ਨਦੀ ਸਿਰਫ ਅਸਾਮ ਵਾਲੇ ਇਲਾਕੇ ਦੇ ਵਿੱਚ ਇਸ ਨੂੰ ਕਿਹਾ ਜਾਂਦਾ ਹੈ। ਜਦੋਂ ਅਸਾਮ ਤੋਂ ਬਾਅਦ ਜਦੋਂ ਇਹ ਨਦੀ ਆਪਾਂ ਕਹੀਏ ਬੰਗਲਾਦੇਸ਼ ਦੇ ਵਿੱਚ ਐਂਟਰ ਕਰਦੀ ਹੈ ਤਾਂ ਇਸ ਦਾ ਨਾਮ ਇੱਥੇ ਜਮਨਾ ਨਦੀ ਪੈ ਜਾਂਦਾ ਹੈ। ਠੀਕ ਹੈ ਜੀ, ਇੱਥੇ ਇਸ ਦਾ ਨਾਮ ਜਮਨਾ ਨਦੀ ਆ ਜਾਂਦਾ ਹੈ।
जमुना नदी जे आपां गंगा दा नाम गल करिए तो गंगा जिहड़ी है जदों बांग्लादेश विच एंटर करदी है तो उसका नाम गंगा ना रह के उसका नाम पद्मा नदी पै जांदा है। इस तो आपां गल करिए जमुना नदी आ रही है, फिर इत्थे इसका नाम इत्थे ब्रह्मपुत्र का नाम जमुना है, इत्थे पद्मा है। फिर ये अगे जो रल जाती है तो इसका नाम पद्मा के नाल ये नाम नाल जानी जाती है। ये पद्मा के नाम नाल अगे जाती है। जदों इत्थे विच मेघना नदी आके रल जाती है पद्मा दे विच तां इस नदी का नाम मेघना नदी जिहड़ी है ओह पै जांदा है। ते असल च जे आपां गल करिए बंगाल की खाड़ी दे विच किहड़ी नदी जिहड़ी है डिगदी है उसका नाम की रह जांदा है, उसका नाम जिहड़ा है मेघना नदी कहंदा है। गंगा नदी का अंत जे कहिए जां जिथों डिगदी है उस वेले उसका नाम कहिए मेघना नदी हुंदा है। जे आपां गल करिए ब्रह्मपुत्र नदी का, ब्रह्मपुत्र नदी भी उसका नाम भी अखीर दे विच मेघना नदी कह के उसका नदी जिहड़ी है बंगाल की खाड़ी दे विच डिग पैंदी है। ठीक है जी, इस तरीके नाल आपां नाम याद रखने हैं। ब्रह्मपुत्र नदी दे पहला इसका आ गया यारलंग सैंपो, फिर इसका नाम आ गया दिहांग, फिर इसका नाम आ गया ब्रह्मपुत्र, फिर इसका नाम आ गया जमुना। जमुना तो बाद इसका नाम पै जाता जो पद्मा नदी दे विच रल जाता इसका नाम पद्मा। पद्मा तो बाद फिर जो मेघना नदी रल जाती है तो इसका नाम पै जाता है मेघना नदी जिहड़ी है वो इसका नाम चल जाता है। ठीक है जी, ये अपने को आ गया ब्रह्मपुत्र नदी के बारे में। ठीक है जी, ब्रह्मपुत्र नदी जिहड़ी है वो एक आपां कहिए एक आइलैंड बनाउंदी है, मजूली आइलैंड बोलते हैं उसनूं। मजूली आइलैंड किहड़ा है, मजूली आइलैंड एक नदी ते बनया होया कहिए एक टापू है, वो सिर्फ ब्रह्मपुत्र नदी के उत्ते ही बनया हुआ है। ठीक है जी, फिर आपां गल करते हैं तीजे नंबर ते यमुना दरिया। यमुना नदी जिहड़ी है यमुना दरिया है ये शुरू कित्थों हुंदा है, ये जमनोत्री जिहड़ी है जमनोत्री ग्लेशियर तो जिहड़ा ये शुरू हुंदा है ते यह गंगा की एक सहायक नदी है। जमनोत्री तो शुरू होके ये अखीर दे विच गंगा दे विच आपां कहिए राइट साइड तो ये गंगा दे विच रल जाती है। किहड़ी थां ते, इलाहाबाद की थां ते। ठीक है जी, इलाहाबाद ला ते आके रल जाती है तो इसका नाम की है हुण इलाहाबाद का नाम हुण जिहड़ा रखिया है वह है प्रयागराज। ठीक है जी, इलाहाबाद का नाम जिहड़ा होना है प्रयागराज। तो जे आप गल करिए यमुना नदी की लंबाई कितनी है 1376 किलोमीटर। ठीक है जी, फिर अपने को आ गई चौथे नंबर ते गोदावरी नदी। ठीक है जी, गोदावरी नदी बारे आप वेखते हैं ये भारत विच किहड़ी थां ते है। गोदावरी नदी जिहड़ी है दक्षिण भारत दे विच आ जिहड़ा एरिया ये सारी नदी जिहड़ी है यह गोदावरी नदी है। ठीक है जी, यह दक्षिणी भारत दी सब तो लंबी नदी है। ठीक है, दक्षिणी भारत दी सब तो लंबी नदी है। तो फिर जां इसनूं एक होर नाम नाल बुलाया जाता है, वो कहा जाता है इसनूं दक्षिण दी गंगा। ठीक है जी, दूजा नाम की है गोदावरी दा लिया जाता है दक्षिण दी गंगा दे नाम नाल भी इसनूं पुकारा जाता है। ठीक है जी, इसकी लंबाई जिहड़ी है आपां लंबाई इसकी वेख ली है, इसकी लंबाई कितनी है 1465 किलोमीटर जिहड़ा है वो इसकी लगभग जिहड़ी लंबाई है वो तय करती है। ठीक है जी, जे अपना आंसर की गल करिए तो अपना आंसर इत्थे आ जाता है ये गंगा नदी भारत की सब तो लंबी नदी है। ठीक है जी, लॉन्गेस्ट रिवर ऑफ इंडिया की गल की है, इस करके इत्थे गंगा आया ना कि ब्रह्मपुत्र। ठीक है जी, इस तो बाद अपने कोल अगला प्रश्न आ जाता है जी कृष्णा नदी के पार हेठ लिखे विचों किहड़ा डैम बनाया गया। मतलब कृष्णा नदी के उत्ते इन्हां विचों किहड़ा डैम बनाया गया। ठीक है जी, पहले नंबर ते आपां गल करते हैं उकाई जिहड़ा है डैम है ये कित्थे बनया गया है। ठीक है जी, उकाई डैम जिहड़ा है ये गुजरात दे विच हैगा। गुजरात दे विच तापी नदी दे उत्ते जिहड़ा ये डैम जिहड़ा बनया उकाई डैम गुजरात दे विच तापी नदी दे उत्ते बनया। ठीक है जी, फिर अपने कोल आ गया कृष्णा सागर डैम। कृष्णा सागर डैम कित्थे बनया, कृष्णा सागर डैम जिहड़ा है वो कावेरी नदी दे उत्ते बनया। एक किहड़ी स्टेट दे विच बनया, ये बनया करनाटका दे विच। ठीक है जी, करनाटक दे विच ये बनया। फिर आ गया श्री सेलम डैम। श्री सेलम डैम जिहड़ा है ये कृष्णा नदी दे उत्ते ही है। ठीक है जी, ये कृष्णा नदी दे उत्ते है ते एक किहड़ी स्टेट दे विच आ जांदा, ये आ जांदा अपने कोल तेलंगाना। ये अपने कोल आ जांदा है तेलंगाना स्टेट दे विच। ठीक है जी, फिर अपने कोल एक आ जाता है मैटूर डैम। मैटूर डैम कित्थे हैगा, मैटूर डैम जिहड़ा है वो कावेरी नदी दे उत्ते है। ये भी कित्थे है, ये भी तमिलनाडु दे विच है। ठीक है जी, ये आपां वेखदे जी हुण अपना आंसर वैसे की बन गया इहदे विच। अपना आंसर वैसे बन गया इत्थे ऑप्शन सी श्री सेलम डैम किहड़ी नदी ते है, कृष्णा नदी ते। अपना प्रश्न की सीगा कृष्णा नदी दे उत्ते किहड़ा डैम है, जिहड़ा उकाई डैम है वो किहड़ी नदी ते उत्ते है, उकाई डैम जिहड़ा तापी नदी ते है, गुजरात डिस्ट्रिक्ट गुजरात स्टेट दे विच है। जिदों आपां अगर कृष्णराज सागर डैम ये किहड़ा है,
ਕਾਵੇਰੀ ਨਦੀ ਤੇ ਹੈ, ਕਿਹੜੀ ਸਟੇਟ ਦੇ ਵਿੱਚ ਹੈ, ਕਰਨਾਟਕ ਦੇ ਵਿੱਚ। ਜਦੋਂ ਗੱਲ ਕਰਦੇ ਹਾਂ ਸ਼੍ਰੀ ਸੇਲਮ ਦੀ, ਇਹ ਕਿਹੜੀ ਨਦੀ ਤੇ ਹੈ, ਕ੍ਰਿਸ਼ਨਾ ਨਦੀ ਤੇ, ਕਿਹੜੀ ਸਟੇਟ ਦੇ ਵਿੱਚ ਹੈ, ਤੇਲੰਗਾਨਾ। ਜੇ ਗੱਲ ਕਰੀਏ ਮੈਟੂਰ ਦੀ, ਮੈਟੂਰ ਕਿੱਥੇ ਹੈ, ਕਾਵੇਰੀ ਨਦੀ ਤੇ ਹੈ ਤੇ ਕਿੱਥੇ ਹੈ, ਤਾਮਿਲਨਾਡੂ ਦੇ ਵਿੱਚ। ਜੇ ਆਪਾਂ ਗੱਲ ਕਰੀਏ ਸ਼੍ਰੀ ਸੇਲਮ ਦੀ, ਸ਼੍ਰੀ ਸੇਲਮ ਜਿਹੜਾ ਡੈਮ ਜਿਹੜਾ ਹੈ ਉਹ ਇਸ ਏਰੀਆ ਦੇ ਵਿੱਚ ਬਣਿਆ ਹੋਇਆ ਹੈ ਤੇ ਇਹ ਕਿਹੜੀ ਨਦੀ ਹੈ ਜਿਹੜੀ ਇਹ ਕ੍ਰਿਸ਼ਨਾ ਨਦੀ ਜਿਹੜੀ ਹੈ ਜਾ ਰਹੀ ਹੈ ਤੇ ਉਸਦੇ ਇਸ ਥਾਂ ਤੇ ਸ਼੍ਰੀ ਸੇਲਮ ਜਿਹੜਾ ਇੱਥੇ ਡੈਮ ਜਿਹੜਾ ਬਣਿਆ ਗਿਆ। ਠੀਕ ਹੈ ਜੀ। ਇਸ ਤੋਂ ਬਾਅਦ ਆਪਾਂ ਇਹਨਾਂ ਨੂੰ ਚੈੱਕ ਕਰਦੇ ਹਾਂ। ਫਿਰ ਆਪਣੇ ਕੋਲ ਸੀਗਾ ਪਹਿਲੇ ਨੰਬਰ ਤੇ ਇੱਕ ਆਇਆ ਉਕਾਈ ਡੈਮ। ਉਕਾਈ ਡੈਮ ਜਿਹੜਾ ਹੈ ਉਹ ਕਿਹੜੀ ਥਾਂ ਤੇ ਹੈ, ਆਪਾਂ ਗੱਲ ਕੀਤੀ ਸੀ ਗੁਜਰਾਤ ਦੇ ਵਿੱਚ ਤਾਪੀ ਨਦੀ ਦੇ ਵਿੱਚ। ਇਹ ਆਪਣੇ ਕੋਲ ਆ ਰਹੀ ਹੈ ਤਾਪੀ ਨਦੀ। ਤਾਪੀ ਨਦੀ ਜਿਹੜੀ ਹੈ ਉਹ ਇਸ ਥਾਂ ਤੇ ਗੁਜਰਾਤ ਦੇ ਹੇਠਲੇ ਹਿੱਸੇ ਦੇ ਵਿੱਚ ਇੱਥੇ ਟੱਚ ਕਰਦੀ ਹੈ। ਠੀਕ ਹੈ ਜੀ। ਇਹਦਾ ਮਤਲਬ ਉਕਾਈ ਜਿਹੜਾ ਹੈ ਉਹ ਗੁਜਰਾਤ ਸਟੇਟ ਦੇ ਵਿੱਚ ਹੈ ਤੇ ਤਾਪੀ ਨਦੀ ਦੇ ਉੱਤੇ ਇਹ ਬਣਿਆ। ਠੀਕ ਹੈ ਜੀ। ਇਹ ਹੈ ਆਪਣੇ ਕੋਲ ਉਕਾਈ ਡੈਮ। ਇਸ ਤੋਂ ਬਾਅਦ ਆਪਣੇ ਕੋਲ ਆਇਆ ਸੀਗਾ ਕ੍ਰਿਸ਼ਨਾ ਰਾਜਾ ਸਾਗਰ ਡੈਮ। ਕ੍ਰਿਸ਼ਨਾ ਰਾਜਾ ਸਾਗਰ ਡੈਮ ਆਪਾਂ ਕੀਤਾ ਸੀ ਕਾਵੇਰੀ ਦੇ ਵਿੱਚ। ਕਾਵੇਰੀ ਨਦੀ ਆਪਣੇ ਕੋਲ ਕਿੱਥੇ ਹੈ, ਕਾਵੇਰੀ ਨਦੀ ਜਿਹੜੀ ਹੈ ਉਹ ਆਪਣੇ ਕੋਲ ਆਹ ਵਾਲੀ ਕਾਵੇਰੀ ਨਦੀ ਹੈ। ਠੀਕ ਹੈ ਜੀ। ਕਾਵੇਰੀ ਨਦੀ ਹੈ। ਇਸ ਦੇ ਵਿੱਚ ਆਪਣੇ ਕੋਲ ਆ ਗਿਆ ਇੱਕ ਆ ਆਪਸ਼ਨ ਦਿੱਤੀ ਸੀ ਆਪਣੇ ਕੋਲ ਕ੍ਰਿਸ਼ਨਾ ਰਾਜਾ ਸਾਗਰ ਡੈਮ। ਇਹ ਆਪਣੇ ਕੋਲ ਸੀਗੀ B ਨੰਬਰ ਦਿੱਤੀ ਸੀ ਕ੍ਰਿਸ਼ਨਾ ਸਾਗਰ ਡੈਮ। ਇਹ ਕਾਵੇਰੀ ਨਦੀ ਤੇ ਹੈ। ਫਿਰ ਆਪਣੇ ਕੋਲ ਸੀਗਾ ਇੱਕ ਮੈਟੂਰ। ਮੈਟੂਰ ਆ ਰਿਹਾ ਹੈ, ਇਹ ਵੀ ਕਿਹੜੀ ਨਦੀ ਤੇ ਹੈ, ਇਹ ਵੀ ਕਾਵੇਰੀ ਨਦੀ ਤੇ ਹੈ। ਠੀਕ ਹੈ ਜੀ। ਇਹ ਆਪਣੇ ਕੋਲ D ਸੀਗਾ ਤੇ ਇਹ ਆਪਾਂ ਇਹ ਉਕਾਈ ਡੈਮ ਜਿਹੜਾ ਉਹ ਆਪਾਂ ਵੇਖ ਹੀ ਲਿਆ। ਉਹ ਲਗਭਗ ਆਪਾਂ ਕਹੀਏ ਇਸ ਥਾਂ ਤੇ ਤਾਪੀ ਨਦੀ ਦੇ ਉੱਤੇ ਜਿਹੜਾ ਸੀਗਾ। ਠੀਕ ਹੈ, ਇਹ ਇੱਥੇ ਸੀਗਾ। ਠੀਕ ਹੈ ਜੀ। ਇਸ ਤਰੀਕੇ ਨਾਲ ਬਾਕੀ ਵੀ ਜਿਹੜੇ ਡੈਮ ਹੈ ਉਹ ਬੜੇ ਧਿਆਨ ਦੇ ਨਾਲ ਆਪਾਂ ਕਰਨਾ ਕਿਉਂਕਿ ਇਹਦੇ ਵਿੱਚੋਂ ਪ੍ਰਸ਼ਨ ਵੀ ਕਾਫੀ ਵਾਰੀ ਪੁੱਛਿਆ ਜਾਂਦਾ ਹੈ। ਠੀਕ ਹੈ ਜੀ। ਜਿਸ ਤਰ੍ਹਾਂ ਹੀਰਾਕੁੰਡ ਜਿਹੜਾ ਡੈਮ ਹੈ ਕਿੱਥੇ ਹੈ, ਮਹਾਨਦੀ ਤੇ ਹੈ। ਠੀਕ ਹੈ ਜੀ। ਇਸ ਤੋਂ ਅਗਲਾ ਪ੍ਰਸ਼ਨ ਆਪਣੇ ਕੋਲ ਆਉਂਦਾ ਹੈ ਹੇਠ ਲਿਖਿਆਂ ਵਿੱਚੋਂ ਕਿਹੜਾ ਡਰੇਨੇਜ ਸਿਸਟਮ ਬੰਗਾਲ ਦੀ ਖਾੜੀ ਵਿੱਚ ਡਿੱਗਦਾ ਜਾਂ ਪੈਂਦਾ ਹੈ। ਮਤਲਬ ਕਿਹੜਾ ਨਦੀਆਂ ਹੈ ਜਿਨ੍ਹਾਂ ਦਾ ਪਾਣੀ ਬੰਗਾਲ ਦੀ ਖਾੜੀ ਦੇ ਵਿੱਚ ਡਿੱਗਦਾ ਹੈ। ਠੀਕ ਹੈ ਜੀ। ਜਿਸ ਤਰ੍ਹਾਂ ਆਪਾਂ ਗੱਲ ਕਰਦੇ ਹਾਂ ਪਹਿਲਾਂ ਗੰਗਾ ਦੀ। ਗੰਗਾ ਬਾਰੇ ਆਪਾਂ ਪੜ੍ਹ ਹੀ ਲਿਆ ਪਹਿਲਾਂ ਵੀ ਗੰਗਾ ਦੀ ਲੰਬਾਈ ਜਿਹੜੀ ਹੈ ਉਹ 2525 ਕਿਲੋਮੀਟਰ ਹੈ ਤੇ ਜਿਹੜਾ ਬ੍ਰਹਮਪੁੱਤਰ ਹੈ ਉਸ ਦੀ ਲੰਬਾਈ ਜਿਹੜੀ ਹੈ ਉਹ ਕਿੰਨੀ ਆਪਣੇ ਕੋਲ 2900 ਕਿਲੋਮੀਟਰ ਹੈ। ਜਦੋਂ ਆਪਾਂ ਗੱਲ ਕਰਦੇ ਹਾਂ ਗੋਦਾਵਰੀ ਦੀ ਤੇ ਗੋਦਾਵਰੀ ਆਪਣੇ ਕੋਲ 1465 ਕਿਲੋਮੀਟਰ ਹੈ। ਠੀਕ ਹੈ ਜੀ। ਇਹਦੇ ਆਪਣੇ ਕੋਲ ਆ ਗਈ ਮਹਾਨਦੀ ਕ੍ਰਿਸ਼ਨਾ ਤੇ ਕਾਵੇਰੀ। B ਆਪਸ਼ਨ। C ਦੇ ਵਿੱਚ ਆਪਣੇ ਕੋਲ ਆ ਗਿਆ ਲੂਨੀ, ਨਰਮਦਾ ਤੇ ਤਾਪੀ। ਹੁਣ ਆਪਾਂ ਇਹਨਾਂ ਨੂੰ ਨਕਸ਼ੇ ਦੇ ਵਿੱਚ ਵੇਖਦੇ ਹਾਂ। ਪਹਿਲੀ ਨਦੀ ਆਪਾਂ ਕਿ ਗੰਗਾ, ਬ੍ਰਹਮਪੁੱਤਰ ਤੇ ਗੋਦਾਵਰੀ ਇਹ ਕਿਹੜੇ ਤੇ ਡਿੱਗਦੀਆਂ ਹੈ। ਸਭ ਤੋਂ ਪਹਿਲਾਂ ਤਾਂ ਆਪਾਂ ਵੇਖਦੇ ਹਾਂ ਗੰਗਾ। ਗੰਗਾ ਜਿਹੜੀ ਹੈ ਉਹ ਇਸ ਤਰੀਕੇ ਨਾਲ ਇੱਧਰ ਆ ਕੇ ਕਿੱਥੇ ਡਿੱਗਦੀ ਹੈ, ਬੰਗਾਲ ਦੀ ਖਾੜੀ ਦੇ ਵਿੱਚ ਡਿੱਗਦੀ ਹੈ। ਠੀਕ ਹੈ ਜੀ। ਗੰਗਾ ਜਿਹੜੀ ਹੈ ਉਹ ਬੰਗਾਲ ਦੀ ਖਾੜੀ 'ਚ ਡਿੱਗੀ ਹੈ। ਦੂਜੇ ਨੰਬਰ ਤੇ ਆ ਗਈ ਬ੍ਰਹਮਪੁੱਤਰ। ਬ੍ਰਹਮਪੁੱਤਰ ਨਦੀ ਜਿਹੜੀ ਹੈ ਉਹ ਆਪਾਂ ਗੱਲ ਕਰੀਏ ਇੱਧਰ ਦੀ ਆ ਰਹੀ ਹੈ ਤੇ ਇਹ ਇੱਥੇ ਜਾ ਕੇ ਇਹ ਵੀ ਬੰਗਾਲ ਦੀ ਖਾੜੀ ਦੇ ਵਿੱਚ ਡਿੱਗੀ। ਇਸ ਤੋਂ ਬਾਅਦ ਆਪਣੇ ਕੋਲ ਸੀ ਇੱਕ ਗੋਦਾਵਰੀ। ਗੋਦਾਵਰੀ ਨਦੀ ਜਿਹੜੀ ਹੈ ਉਹ ਆਪਣੇ ਕੋਲ ਆ ਰਹੀ। ਇਹ ਨਦੀ ਵੀ ਬੰਗਾਲ ਦੀ ਖਾੜੀ ਦੇ ਵਿੱਚ ਇੱਥੇ ਆ ਕੇ ਡਿੱਗ ਰਹੀ ਹੈ। ਠੀਕ ਹੈ ਜੀ। ਪਹਿਲੀ ਆਪਸ਼ਨ ਆਪਣੀ ਸਹੀ ਆ ਗਈ। ਮਹਾਨਦੀ ਜਿਹੜੀ ਹੈ ਉਹ ਕਿੱਥੇ ਹੈ, ਮਹਾਨਦੀ ਆ ਰਹੀ ਆਪਣੇ ਕੋਲ, ਇਹ ਵੀ ਬੰਗਾਲ ਦੀ ਖਾੜੀ ਦੇ ਵਿੱਚ ਆ ਗਈ। ਫਿਰ ਆਪਣੇ ਕੋਲ ਆ ਗਈ ਕ੍ਰਿਸ਼ਨਾ ਨਦੀ ਜਿਹੜੀ ਹੈ ਇਹ ਵੀ ਬੰਗਾਲ ਦੀ ਖਾੜੀ ਦੇ ਵਿੱਚ ਇੱਧਰ ਡਿੱਗ ਰਹੀ ਹੈ। ਫਿਰ ਆਪਣੇ ਕੋਲ ਆ ਗਈ ਕਾਵੇਰੀ। ਕਾਵੇਰੀ ਨਦੀ ਵੀ ਉਹ ਅभी ਇੱਥੇ ਬੰਗਾਲ ਦੀ ਖਾੜੀ ਦੇ ਵਿੱਚ ਡਿੱਗ ਰਹੀ ਹੈ। ਮਤਲਬ ਇਹ ਦੂਜੀ ਆਪਸ਼ਨ ਵੀ ਆਪਣੀ ਸਹੀ ਹੈ। ਠੀਕ ਹੈ ਜੀ। ਇਸ ਤੋਂ ਬਾਅਦ ਆਪਣੇ ਕੋਲ ਤੀਜੀ ਆਪਸ਼ਨ ਕਿਹੜੀ ਆ ਜਾਂਦੀ ਹੈ, ਲੂਨੀ, ਨਰਮਦਾ ਤੇ ਤਾਪੀ। ਠੀਕ ਹੈ ਜੀ। ਲੂਨੀ, ਨਰਮਦਾ ਤੇ ਤਾਪੀ। ਲੂਨੀ ਨਦੀ ਜਿਹੜੀ ਹੈ ਉਹ ਇਸ ਤਰੀਕੇ ਨਾਲ ਆ ਕੇ ਗੁਜਰਾਤ ਦੇ ਵਿੱਚ ਰਨ ਆਫ ਕੱਛ ਦੇ ਵਿੱਚ ਖਤਮ ਹੋ ਜਾਂਦੀ ਹੈ। ਕਿਸੇ ਵੀ ਥਾਂ ਤੇ ਸਮੁੰਦਰ ਵਿੱਚ ਡਿੱਗਦੀ ਨਹੀਂ ਹੈ। ਠੀਕ ਹੈ ਜੀ। ਲੂਣੀ ਨਦੀ ਇਹ ਆ ਰਹੀ ਹੈ। ਫਿਰ ਆਪਣੇ ਕੋਲ ਆ ਗਈ ਨਰਮਦਾ ਨਦੀ। ਨਰਮਦਾ ਨਦੀ ਜਿਹੜੀ ਹੈ ਉਹ ਇਸ ਤਰੀਕੇ ਨਾਲ ਆ ਕੇ ਕੰਬਤ ਦੀ ਖਾੜੀ ਦੇ ਵਿੱਚ ਆ ਕੇ ਮਿਲ ਜਾਂਦੀ ਹੈ ਜਾਂ ਅਰਬ ਸਾਗਰ 'ਚ ਮਿਲ ਜਾਂਦੀ ਹੈ ਕਹਿ ਸਕਦੇ ਹਾਂ। ਫਿਰ ਆਪਣੇ ਕੋਲ ਆ ਗਈ ਇਹ ਤਾਪਤੀ ਨਦੀ। ਇਹ ਤਾਪਤੀ ਨਦੀ ਵੀ ਆਪਾਂ ਕਹਿ ਸਕਦੇ ਹਾਂ ਅਰਬ ਸਾਗਰ ਦੇ ਵਿੱਚ ਆ ਕੇ ਡਿੱਗਦੀ ਹੈ। ਠੀਕ ਹੈ ਜੀ। ਇਸ ਤਰੀਕੇ ਨਾਲ ਜੇ ਆਪਾਂ ਗੱਲ ਕਰੀਏ ਹੁਣ ਆਪਣੇ ਆਨਸਰ ਦੀ, ਆਨਸਰ ਆਪਣੇ ਕੋਲ ਕੀ ਬਣ ਗਿਆ, ਬੋਥ A ਐਂਡ B। ਠੀਕ ਹੈ ਜੀ। ਮਤਲਬ ਕੀ ਹੈ, ਗੰਗਾ, ਬ੍ਰਹਮਪੁੱਤਰ, ਗੋਦਾਵਰੀ, ਮਹਾਨਦੀ, ਕ੍ਰਿਸ਼ਨਾ, ਕਾਵੇਰੀ ਇਹ ਨਦੀਆਂ ਕਿੱਥੇ ਡਿੱਗਦੀਆਂ, ਬੰਗਾਲ ਦੀ ਖਾੜੀ ਵਿੱਚ ਡਿੱਗਦੀਆਂ ਤੇ ਇਹ ਸਾਰੀਆਂ ਨਦੀਆਂ ਜਿਹੜੀਆਂ ਇਹ ਡੈਲਟਾ ਬਣਾਉਂਦੀਆਂ। ਜੇ ਆਪਾਂ ਗੱਲ ਕਰੀਏ ਲੂਣੀ ਦੀ, ਲੂਣੀ ਜਿਹੜੀ ਹੈ ਇਹ ਰਨ ਆਫ ਕੱਛ ਦੇ ਮੈਦਾਨਾਂ ਦੇ ਵਿੱਚ ਜਾ ਕੇ ਲੁਪਤ ਹੋ ਜਾਂਦੀ ਹੈ। ਨਰਮਦਾ ਤੇ ਤਾਪੀ ਜਿਹੜੀ ਅਰਬ ਸਾਗਰ ਵਿੱਚ ਡਿੱਗਦੀ ਹੈ ਤੇ ਇਹ ਜਦੋਂ ਡਿੱਗਦੀ ਹੈ ਤਾਂ ਇਹ ਐਸਚੁਰੀ ਬਣਾ ਕੇ ਡਿੱਗਦੀ ਹੈ। ਠੀਕ ਹੈ ਜੀ। ਹੁਣ ਆਪਾਂ ਵੇਖਦੇ ਹਾਂ ਆਪਣਾ ਅਗਲਾ ਪ੍ਰਸ਼ਨ। ਅਗਲੇ ਪ੍ਰਸ਼ਨ ਦੇ ਵਿੱਚ ਕੀ ਆ ਜਾਂਦਾ ਆਪਣੇ ਕੋਲ, ਅਗਲੇ ਪ੍ਰਸ਼ਨ ਦੇ ਵਿੱਚ ਆਉਂਦਾ ਆਪਣੇ ਕੋਲ ਉੱਤਰ ਤੋਂ ਦੱਖਣ ਵੱਲ ਸਿੰਧ ਨਦੀ ਦੀਆਂ ਹੇਠ ਲਿਖੀਆਂ ਸਹਾਇਕ ਨਦੀਆਂ ਦਾ ਪ੍ਰਬੰਧ ਕਰੋ। ਮਤਲਬ ਕੀ ਹੈ, ਸਿੱਧੇ ਤਰੀਕੇ ਨਾਲ ਆਪਾਂ ਕਹੀਏ ਤਾਂ ਉੱਤਰ ਤੋਂ ਲੈ ਕੇ ਦੱਖਣ ਤੱਕ ਆਪਾਂ ਜਿਹੜੀਆਂ ਇਹ ਨਦੀਆਂ ਜਿਹੜੀਆਂ ਉਹ ਲਾਉਣੀਆਂ। ਠੀਕ ਹੈ ਜੀ।
वैसे तो इन्हें सहायक नदी वेखीए तो आप सब तो पहला जी है वो किहड़ी मिलती है जां कित्थों ये बनती है शुरू होंदी है। तो इस तरीके नाल जे आपां करिए इंडस नदी जी है उस दियां सहायक नदियां किहड़ी नदी जी है किहड़ी नदियां इस इंडस नदी दे विच मिलदियां। सब तो पहला गल करिए तो जिहड़ी नदी जी है वो उत्तर तो आपां कहिए उत्तर तो दक्षिण वाल, ठीक है जी, उत्तर तो दक्षिण वाल किहड़ियां नदियां जिहड़ियां वो किस तरीके दे नाल आउंदियां। ठीक है जी, सब तो पहला जी है वो अपने को आ गई झेलम, फिर अपने को आ गई चनाब, फिर अपने को आ गई रावी, ठीक है जी, फिर अपने को आ गई ब्यास, फिर अपने को आ गए सतलुज। ठीक है जी, ये इस तरीके नाल अपना जिहड़ा ये आपां अरेंज करना है, लिखना उत्तर तो दक्षिण दे विच। ठीक है जी, पहले नंबर ते अपने को आ गई झेलम, दूजे नंबर ते आ गई अपने को चनाब, तीजे नंबर ते आ गई रावी, चौथे नंबर ते आ गई ब्यास ते पंजवें नंबर ते आ गई सतलुज। ठीक है जी, सब तो पहले नंबर ते अपने को झेलम आनी चाहिए सी, इहदा मतलब पहले नंबर ते ये अपने को 2 नंबर जिहड़ा पहला आऊगा झेलम वो अपने को इत्थे आ गया ते एक इत्थे आ गया। ठीक है जी, फिर आप करते हैं झेलम तो बाद अपने को चनाब, चनाब जिहड़ा वो 1 नंबर ते है वो मतलब इत्थे आ गया, डी ते ऑप्शन ते अपने को आ गया। फिर गल करते हैं अपने को इस तो बाद अगर तीजे नंबर ते अपने को आ गया रावी, इस तो बाद अपने को रावी आ जाता, फिर चौथे नंबर ते सतलुज। ठीक है जी, पहला आप इसमें ध्यान नाल लिखना है, पहले नंबर ते चनाब, झेलम, चनाब, रावी, ब्यास ते सतलुज। इस चीज़ नूं पूरी तरीके नाल तुसीं याद करना क्योंकि पंजाब दे पेपरां दे विच इस दे विचों प्रश्न जिहड़ा है वो बन जाता है। ठीक है जी, हुण आपां अगे चलते हैं जी। अगला प्रश्न अपना हैगा जी गंगा बेसिन उत्ते वर्खा पैटर्न किस तरीके दे नाल घटदा जांदा है। सीधा आपां इसनूं कह सकदे हां गंगा बेसिन उत्ते वर्खा वंड पैटर्न तो घटदा है, किहड़े पैटर्न दे नाल वर्खा वंड जिहड़ी है वो घटदा है, गंगा बेसिन डिक्रीज फ्रॉम कित्थे थां तो ये घटदा जांदा है। ठीक है जी, ये आपां नूं वेखिए इस दे विच कोई चीज़ समझाउण वाली नहीं, पर आपां नूं सीधा ये याद रखना पैना है। ठीक है जी, याद रखने वाली चीज़ की है इहदे विच अपने को इहदा आंसर आंदा ईस्ट टू वैस्ट ते साउथ टू नॉर्थ। मतलब गल करिए आपां जदों आपां ईस्ट इस पासे आ गया, ईस्ट तो जदों आपां वैस्ट वाल जाने हां तां वर्खा जिहड़ी है वो घटदी जांदी है। ठीक है जी, जदों आपां बंगाल दी खाड़ी तो बंगाल दी खाड़ी इत्थे है, बंगाल दी खाड़ी तो जदों इधर नूं जावांगे तां वर्खा जिहड़ी है वो घटदी जाऊगी। ठीक है जी, ते दूजे नंबर की गल करते हैं आप, दूजे नंबर ते है अपने कोल साउथ तो नॉर्थ वाल। जिमें जिमें आपां साउथ तो नॉर्थ वाल जावांगे उवें उवें वर्खा की मात्रा जिहड़ी है वो घटदी हो। ठीक है जी, आपां वेखना है पूरब तो पश्चिम वाल घटदी है ते साउथ तो नॉर्थ वाल जिहड़ी है वो वर्खा की मात्रा जिहड़ी है वो घटदी जांदी है। ठीक है जी, ये सी अपने अज दे प्रश्न। बाकी अगले प्रश्न लैके हाजिर होवांगे अगली वीडियो दे विच।